ਵਾਹਿਗੁਰੂ ਜੀ जो बजो सो बिनस है परो आज रीदा किथे तेंदे मापिया जिनी तू जड़ियो तै पासों लग गए
तुम देना पति ने होए खिंथड़ में खाए गलियां खिंथड़ में खाए गलियां जिंदना प्राणी क्या मेरा क्या तेरा जैसे तरवर पंख बसेरा राखो गंध सारो नीमा साढ़े तीन हाथ तेरी जीवा बन के बाल पाग सिर डेरी हुदन होए गो पसम की टेरी ऊंचे मंदिर सुंदर नारी राम नाम बिन बाजी वारी जात गमीनी पात गमीनी ओषादन तुम शरणागत राजा रामचंद्र तुम शरणागत राजा रामचंद्र कह रविदास गुरु गरीब निवाज गरीब निवाज गरीब निवाज गरीब निवाज जो दिन आवे सो दिन जा जो दिन आवे सो दिन जाही जो दिन आवे सो दिन जाही जो दिन आवे सो दिन जाही जो दिन आवे जो दिन आवे तो दिन जाही तो दिन जाही करना कूट करना कूट
बारू आपो अपनी कोई ना बंदा धीर परम पूजे पाद बाली ए कुल आलम सरवरे कनायत हस्ती ए मुकद्दस ला निमता का जुगो जोग अटल चावल छतर तख्त दे मालक धन धन श्री गुरु ग्रंथ साहिब जी महाराज दी पावन पवित्र हजूरी का आनंद मान रहे सरबत माई भाई गुरु स्वरूप गुरु प्यारे खालसा जी आप सब नूं विदित है। श्रोमणी अकाली पंथ बुढ़ा दल के जथेदार बाबा ईसर सिंह जी चट्ठे सेखवा अकाल पुरख वाहिगुरु जी के हुक्म अनुसार राणा राओ ना कोर है रंगना तंग फकीर बारी आपो अपनी कोई ना बंदा धीर। इस शब्द के आशे अनुसार आपा सारिਆਂ ਨੂੰ सदीवी विछोड़ा दे चुके ने अपने परिवार ਨੂੰ अपने सखे संबंधियों ਨੂੰ ਅਤੇ ਆਪਣੇ ਦੋਸਤਾਂ ਮਿੱਤਰਾਂ ਜਥੇ ਦੇ ਸਿੰਘਾਂ ਨੂੰ ਉਹ सदीवी विछोड़ा ਦੇ ਗਏ ਹਨ। उस विछड़ी हुई रूह नूं पवित्र आत्मा नूं आपो अपने शरदा के फुल भेंट करन आए गुरु चरणा विखे हाजरीन हो रहे सरबत माई भाई गुरु चरणा विखे आपो अपने शीस झुकाइए जथे दी फतेह अर्ज प्रवान करो सारे आपो जी। वाहिगुरु जी का खालसा वाहिगुरु जी की फतेह। सतगुरु सच्चे पातशाह श्री गुरु ग्रंथ साहिब जी दे विखे मौत के संबंध दे विच मौत के विषय दे विच बहुत सारे वचन आउंदे ने। वैसे जिहड़ी सिੱਖੀ आ ਅਤੇ सिख का जन्म आ वो मौत तो आरंभ होता है क्योंकि जदों सिख बनता है उन्होंने कहा जाता है भी तेनों पहला सिर देना पैना फिर तेनों अमृत दीयां घुट्टां मिलणगीयां 5। सिੱਖੀ का जिहड़ा मार्ग है वो मौत तो आरंभ होता है। इस मौत के प्रथाए बहुत सारे वचन आते हैं। मौत कई तरह की लिखी है विद्वानों ने। एक होती है समाजिक मौत, एक बौद्धिक मौत, एक होती है
ਸਰੀਰਕ ਮੌਤ ਤੇ ਪੰਜਵੀਂ ਹੁੰਦੀ ਹੈ ਮਾਨਸਿਕ ਮੌਤ। ਮੌਤ ਦਾ ਆਖਰੀ ਅਰਥ ਹੁੰਦਾ ਹੈ ਖਤਮ ਹੋ ਜਾਣਾ, ਮੁੱਕ ਜਾਣਾ, ਕਿਸੇ ਵਸਤੂ ਦਾ ਜਾਂ ਕਿਸੇ ਜੀਵ ਦਾ ਸਦਾ ਵਾਸਤੇ ਸਮਾਪਤ ਹੋ ਜਾਣਾ, ਉਹਨੂੰ ਕਹਿੰਦੇ ਨੇ ਮੌਤ। ਮੌਤ ਦੀਆਂ ਪ੍ਰਕਰਨਾਂ ਨੇ। ਬੌਧਿਕ ਮੌਤ ਦਾ ਸ਼ਿਕਾਰ ਹੋ ਜਾਂਦਾ ਬੰਦਾ, ਚੇਤੇ ਰੱਖਿਓ, ਬੌਧਿਕ ਮੌਤ ਦਾ ਸ਼ਿਕਾਰ ਹੋ ਜਾਂਦਾ ਪਸ਼ੂ। ਬੌਧਿਕ ਮੌਤ ਦਾ ਸ਼ਿਕਾਰ ਹੋਇਆ, ਉਹਨੂੰ ਆਪਣੇ ਆਪ ਤੋਂ ਪਤਾ ਨਹੀਂ ਲੱਗਦਾ ਕਿ ਮੈਂ ਕੀ ਕਰ ਰਿਹਾ। ਭਾਵ ਬੁੱਧੀ ਦੀ ਮੌਤ ਹੋ ਜਾਣੀ। ਜਦੋਂ ਕਿਸੇ ਵਿਅਕਤੀ ਦੀ ਬੌਧਿਕ ਮੌਤ ਹੋ ਜਾਂਦੀ ਹੈ, ਉਹ ਸਰੀਰ ਕਰਕੇ ਤਾਂ ਜਿੰਦਾ ਰਹਿੰਦਾ ਹੈ, ਬੌਧਿਕ ਤਲ ਤੇ ਉਹ ਖਤਮ ਹੋ ਚੁੱਕਿਆ ਹੁੰਦਾ, ਬੁੱਧੀ ਦਾ ਤਲ ਦਾ ਖਤਮ ਹੋ ਜਾਂਦਾ ਹੈ। ਬੌਧਿਕ ਤਲ ਤੋਂ ਮਰਿਆ ਬੰਦਾ ਤੁਰਿਆ ਜਾਂਦਾ ਹੈ, ਭੱਜ ਵੀ ਲੈਂਦਾ, ਦੌੜ ਵੀ ਲੈਂਦਾ, ਪਰ ਆਪਣੇ ਟਿਕਾਣੇ ਦਾ ਨਹੀਂ ਪਤਾ, ਮੰਜ਼ਿਲ ਦਾ ਨਹੀਂ ਪਤਾ ਹੁੰਦਾ। ਬੌਧਿਕ ਤਲ ਤੋਂ ਮਰਿਆ ਬੰਦਾ ਉਹ ਹੱਸਦਾ ਉੱਚੀ ਉੱਚੀ, ਪਰ ਲੇਕਿਨ ਉਹਨੂੰ ਖੁਸ਼ੀ ਨਹੀਂ ਪਤਾ। ਜੇ ਰੋਂਦਾ ਹੈ, ਧਾਹਾਂ ਮਾਰਦਾ ਹੈ, ਭੁੱਬਾਂ ਮਾਰਦਾ ਹੈ, ਪਰ ਦੁੱਖ ਨਹੀਂ ਪਤਾ। ਇਹਨੂੰ ਕਹਿੰਦੇ ਨੇ ਬੌਧਿਕ ਤਲ ਤੋਂ ਮਰਿਆ ਹੋਇਆ। ਜਿੰਦਾ ਤੇ ਹੈ, ਬੁੱਧੀ ਤੋਂ ਮਰਿਆ ਹੋਇਆ। ਉਹਨੂੰ ਸਾਡਾ ਸਮਾਜ ਨਾਮ ਦੇ ਦਿੰਦਾ ਹੈ ਕਮਲਾ, ਪਾਗਲ, ਝੱਲਾ, ਇੱਦਾਂ ਦਾ ਨਾਮ ਦੇ ਦਿੱਤਾ ਜਾਂਦਾ ਵੀ ਇਹ ਪਾਗਲ ਹੈ, ਪਰ ਹੈ ਜਿੰਦਾ। ਬੁੱਧੀ ਤੌਰ ਤੇ ਕੋਈ ਪਤਾ ਨਹੀਂ, ਦੁਨੀਆ ਤੋਂ ਅਲੱਗ ਹੋ ਜਾਂਦਾ ਹੈ, ਰਹਿੰਦਾ ਜਿੰਦਾ। ਉਹਨੂੰ ਕਹਿੰਦੇ ਨੇ ਬੌਧਿਕ ਮੌਤ। ਇੱਦਾਂ ਹੁੰਦੀ ਹੈ ਕਿ ਸਮਾਜਿਕ ਮੌਤ। ਸਮਾਜਿਕ ਮੌਤ ਰੱਬ ਕਿਸੇ ਦੀ ਨਾ ਹੀ ਕਰੇ। ਭਾਵ ਬੰਦਾ ਸਮਾਜ ਵੱਲੋਂ ਮਰ ਜਾਣਾ, ਆਪਣੇ ਜੀਵਨ ਵਿੱਚ ਇਹੋ ਜਿਹੀ ਗਲਤੀ ਕਰ ਲਵੇ ਜੋ ਸਮਾਜ ਨੂੰ ਨਾ ਪਰਵਾਹ ਹੋਵੇ, ਜਿਹਦੇ ਨਾਲ ਬੰਦਾ ਸਮਾਜ ਦੇ ਵਿੱਚ, ਚਾਰ ਬੰਦਿਆਂ, ਨਗਰ ਪੰਚਾਇਤ ਦੇ ਵਿੱਚ ਕਿਤੇ ਮੂੰਹ ਦਿਖਾਉਣ ਦੇ ਲਾਇਕ ਹੀ ਨਾ ਰਹੇ, ਉਹਨੂੰ ਕਹਿੰਦੇ ਨੇ ਸਮਾਜਿਕ ਮੌਤ। ਜੇ ਉਹ ਕੋਈ ਇੱਦਾਂ ਦੀ ਗਲਤੀ ਕਰ ਲਵੇ, ਫਿਰ ਉਹਦੀਆਂ ਲੋਕ ਗੱਲਾਂ ਕਰਦੇ ਨੇ ਵੀ ਹੁਣ ਜਿੰਦਾ ਰਹਿਣ ਦੀ ਕੀ ਬਾਕੀ ਸੀ, ਮਰੀ ਜਾਂਦਾ। ਉਹਨੂੰ ਕਹਿੰਦੇ ਨੇ ਸਮਾਜਿਕ ਮੌਤ। ਔਰ ਇੱਦਾਂ ਹੀ ਇੱਕ ਹੁੰਦੀ ਹੈ ਚੌਥੀ, ਸਰੀਰਕ ਮੌਤ, ਜਿਹੜੀ ਆਪਣੀ ਸਾਰਿਆਂ ਦੀ ਹੁੰਦੀ ਹੈ। ਸਰੀਰਕ ਮੌਤ, ਇਹ ਸਰੀਰਕ ਮੌਤ ਦੇ ਪਰਤਾਏ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਚਨ ਆਉਂਦੇ ਨੇ ਕਿ ਸਭਨਾ ਮਰਨਾ ਆਇਆ, ਵਿਛੋੜਾ ਸਭਨਾ। ਵੀ ਸਾਰਿਆਂ ਨੇ ਮਰ ਜਾਣਾ ਹੈ ਤੇ ਸਾਰਿਆਂ ਦਾ ਭਾਈ ਵਿਛੋੜਾ ਵੀ ਹੋਣਾ ਹੈ, ਕਿਉਂਕਿ ਜੀਵਾਂ ਦਾ ਇਹ ਕੁਦਰਤੀ ਸੰਬੰਧ ਹੈ। ਸੰਜੋਗ ਵਿਜੋਗ ਧਰੋ ਹੀ ਹੁਆ। ਜੀਵਾਂ ਦਾ ਮਿਲਣਾ ਅਤੇ ਵਿਛੜਨਾ ਇਹ ਧੁਰ ਤੋਂ ਹੀ ਹੈ। ਤੇ ਜਿਹੜੀ ਸਰੀਰਕ ਮੌਤ ਹੈ ਉਹ ਸਭ ਦੀ ਹੋਣੀ ਹੈ। ਉਹਦੇ ਪਰਤਾਏ ਵੀ ਬਚਨ ਆਉਂਦੇ ਨੇ ਕਿ ਰਾਣਾ ਰਾਵ ਨਾ ਗੋਰ ਹੈ, ਰੰਗ ਨਾ ਤੁੰਗ ਫਕੀਰ, ਬਾਰੀ ਆਪੋ ਆਪਣੀ, ਕੋਈ ਨਾ ਬੰਧੈ ਧੀਰ। ਤੇ ਸਰੀਰਕ ਮੌਤ ਸਾਡੀ ਸਾਰਿਆਂ ਦੀ ਹੋ ਜਾਣੀ ਆ। ਕਿਸੇ ਨੇ ਵੀ ਟਿਕੇ ਨਹੀਂ ਰਹਿਣਾ ਇਸ ਸੰਸਾਰ ਤੇ। ਬਹੁਤ ਤਰ੍ਹਾਂ ਦੇ ਮਨੁੱਖ ਨੇ ਜਿਹੜੇ ਉਹ ਵਿਚਾਰ ਕਰਦੇ ਨੇ ਕਿ ਅਸੀਂ ਸਰੀਰਕ ਮੌਤ ਤੋਂ ਬਚ ਜਾਈਏ। ਜਿਵੇਂ ਕੋਈ ਬੰਦਾ ਬਿਮਾਰ ਹੋ ਗਿਆ, ਫਿਜ਼ੀਕਲੀ ਪੇਸ਼ੈਂਟ ਹੈ, ਸਰੀਰ ਕਰਕੇ ਰੋਗੀ ਆ, ਉਹਨੂੰ ਬਚਾਉਣ ਦਾ ਯਤਨ ਕੀਤਾ ਜਾਂਦਾ ਹੈ ਵੀ ਇਹ ਬਚ ਜਾਵੇ, ਨਾ ਮਰੇ। ਮਰਨਾ ਤੇ ਕੋਈ ਵੀ ਨਾ ਚਾਹੁੰਦਾ, ਜੈਸੇ ਗੁਰੂ ਬਾਬਾ ਜੀ ਕਹਿੰਦੇ ਨੇ ਕਿ ਮੈਂ ਨਾ ਮਰੋ ਮਰ ਬਹੁ ਸੰਸਾਰਾ। ਹਰ ਮਨੁੱਖ ਦੀ ਇਹ ਧਾਰਨਾ ਹੀ ਹੈ ਚਿੱਤ ਦੀ ਵੀ ਮੈਂ ਤਾਂ ਮਰਨਾ ਨਹੀਂ, ਲੋਕ ਮਰਦੇ ਨੇ, ਮਰੀ ਜਾਣ ਦਿਓ, ਆਪਾਂ ਨੇ ਕਿਹੜਾ ਮਰਨਾ। ਆਪਣੀ ਮੌਤ ਨੂੰ ਭੁਲਾਇਆ ਹੋਇਆ, ਆਪਣੀ ਮੌਤ ਨੂੰ ਭੁਲਾਇਆ ਹੋਇਆ ਹੈ।
ਇਸ ਤਰ੍ਹਾਂ ਮੌਤ ਤੋਂ ਭੁੱਲੇ ਹੋਏ ਨੂੰ ਇਹ ਨਹੀਂ ਯਾਦ ਵੀ ਸਭਨਾਂ ਨੇ ਮਰ ਜਾਣਾ ਹੈ। ਇਸ ਕਰਕੇ ਜਿਨ੍ਹਾਂ ਨੂੰ ਮੌਤ ਚੇਤੇ ਰਹਿੰਦੀ ਹੈ ਉਹ ਫਿਰ ਪਰਮਾਤਮਾ ਦਾ ਨਾਮ ਜਪਦੇ ਨੇਗੇ, ਤੇ ਜਿਨ੍ਹਾਂ ਨੇ ਮੌਤ ਭੁਲਾ ਦਿੱਤੀ ਉਹ ਸੰਸਾਰ ਦੇ ਰੰਗ ਆਨੰਦ ਦੇ ਵਿੱਚ ਬੱਝੇ ਰਹਿੰਦੇ ਨੇ। ਫਿਰ ਉਹ ਆਸ ਰੱਖਦੇ ਨੇ ਵੀ ਚਲੋ ਬੁੱਢੇ ਹੋ ਕੇ ਨਾਮ ਜਪ ਲਾਂਗੇ, ਪਰ ਬੁੱਢੇ ਹੋ ਕੇ ਨਾਮ ਨਹੀਂ ਜਪਿਆ ਜਾਂਦਾ, ਕਿਉਂਕਿ ਬੁੱਢੇ ਹੋ ਕੇ ਜੋ ਕਿਰਿਆ ਹੁੰਦੀ ਆ ਉਹ ਮੈਂ ਅੱਗੇ ਤੁਹਾਡੇ ਨਾਲ ਸਾਂਝੀ ਕਰਦਾ ਗੁਰਬਾਣੀ ਸ਼ਬਦਾਂ ਨਾਲ। ਪਰ ਇਹ ਆਸ ਨਾ ਰੱਖ ਵੀ ਮੈਂ ਫਿਰ ਨਾਮ ਜਪ ਲੂੰਗਾ। ਤੇਰੀ ਸਰੀਰਕ ਮੌਤ ਆ ਜਿਹੜੀ, ਉਹਦੇ ਬਾਰੇ ਪਤਾ ਨਹੀਂ ਕਿ ਕਦੋਂ ਹੋ ਜਾਣੀ ਹੈ, ਕਿਉਂਕਿ ਇਹ ਕਿਸੇ ਵੀ ਜਗ੍ਹਾ ਤੇ ਹੋ ਸਕਦੀ ਹੈ। ਵੈਸੇ ਸਰੀਰਕ ਮੌਤ ਦੇ ਸੰਬੰਧ ਵਿੱਚ ਵਿਦਵਾਨਾਂ ਨੇ ਕਲਾਮਾਂ ਹੋਰ ਵੀ ਦਿੱਤੀਆਂ ਨੇ। ਉਹ ਕਹਿੰਦੇ ਨੇ ਵੀ ਮੌਤ ਆ ਜਿਹੜੀ ਉਹ ਤਾਂ ਤਿਆਰ ਹੁੰਦੀ ਹੈ ਜਦੋਂ ਤਿੰਨ ਚੀਜ਼ਾਂ ਦਾ ਸੁਮੇਲ ਹੁੰਦਾ। ਉਹਨੂੰ ਕਹਿੰਦੇ ਨੇ ਦੇਸ਼ ਕਾਲ ਵਸਤੂ। ਜਦੋਂ ਆਪਸ ਦੇ ਵਿੱਚ ਤਿੰਨ ਚੀਜ਼ਾਂ ਮਿਲਦੀਆਂ ਨੇਗੀਆਂ ਤੇ ਫਿਰ ਆਪਸ ਦੇ ਵਿੱਚ ਜਦੋਂ ਉਹ ਤਿੰਨ ਚੀਜ਼ਾਂ ਟਕਰਾਉਂਦੀਆਂ ਨੇ ਨਾ ਤੇ ਫਿਰ ਮੌਤ ਤਿਆਰ ਹੋ ਜਾਂਦੀ ਹੈ। ਉਹ ਤਿੰਨ ਚੀਜ਼ਾਂ ਦੇਸ਼, ਉਹ ਜਗ੍ਹਾ, ਉਹ ਟਿਕਾਣਾ। ਇਹ ਜਗ੍ਹਾ ਕਿਹੜੀ ਆ, ਦੇ ਪਿੰਡ ਕਿਹੜਾ ਐ ਕਹਿੰਦੀ ਵੀ ਪਿੰਡ ਕਿਹੜਾ, ਅੱਗੇ ਤਹਿਸੀਲ ਕਿਹੜੀ ਆ, ਜ਼ਿਲ੍ਹਾ ਕਿਹੜਾ ਤੇ ਸਟੇਟ ਕਿਹੜੀ ਆ, ਫਿਰ ਦੇਸ਼ ਕਿਹੜਾ ਵਾ। ਉਹ ਦੇਸ਼ ਮਿਲ ਜਾਵੇ, ਉਹ ਧਰਤੀ ਮਿਲ ਜਾਵੇ। ਦੇਸ਼ ਉਹ ਜਗ੍ਹਾ, ਕਾਲ ਉਹ ਸਮਾਂ ਵੀ ਸਵੇਰ ਦਾ, ਸ਼ਾਮ ਦਾ, ਦੁਪਹਿਰ ਦਾ ਜਾਂ ਰਾਤ ਦਾ, ਕਿਹੜਾ ਮਹੀਨਾ, ਕਿਹੜਾ ਦਿਨ, ਕਿਹੜੀ ਤਿਥ, ਕਿਹੜਾ ਵਾਰ, ਉਹ ਸਮਾਂ ਵੀ ਆ ਜਾਵੇ, ਉਹਨੂੰ ਕਹਿੰਦੇ ਨੇ ਕਾਲ। ਤੇ ਇਦਾਂ ਹੀ ਤੀਜੀ ਹੁੰਦੀ ਹੈ ਵਸਤੂ। ਵਸਤੂ ਬਣ ਜਾਂਦਾ ਹੈ ਬਹਾਨਾ, ਵੀ ਜੋ ਕਾਰਕ ਬਣ ਜਾਵੇ, ਮੌਤ ਦਾ ਕਾਰਨ ਬਣ ਜਾਵੇ ਰੀਜ਼ਨ, ਉਹਨੂੰ ਕਹਿੰਦੇ ਨੇ ਵਸਤੂ। ਵੀ ਆਹ ਵਜ੍ਹਾ ਕਰਕੇ ਮੌਤ ਹੋਈ ਹੈ। ਪਰ ਇਹ ਜਦੋਂ ਤਿੰਨ ਚੀਜ਼ਾਂ ਟਕਰਾ ਜਾਂਦੀਆਂ ਨੇ ਫਿਰ ਬੰਦੇ ਦੀ ਮੌਤ ਆਉਂਦੀ ਹੈ। ਇਸ ਕਰਕੇ ਕਾਲ ਦਾ ਕੋਈ ਭਰੋਸਾ ਨਹੀਂ, ਕਾਲ ਦਾ ਸਮਾਂ ਨਹੀਂ, ਕਾਲ ਕਦੇ ਕਿਸੇ ਦਾ ਰੋਕਿਆ ਰੁਕਦਾ ਨਹੀਂ। ਜਿਵੇਂ ਭਾਈ ਵੀਰ ਸਿੰਘ ਜੀ ਨੇ ਲਿਖਿਆ, ਉਹ ਕਹਿੰਦੇ ਨੇ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ, ਮੈਂ ਪੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ। ਕਹਿੰਦੇ ਕਾਲ ਆ ਜਿਹੜਾ ਉਹ ਕਿਸੇ ਦਾ ਰੋਕਿਆ ਨਹੀਂ ਰੁਕਦਾ। ਇਸ ਕਰਕੇ ਸਮਾਂ ਹੋਈਆਂ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ। ਜੋ ਤਨ ਉਪਜਿਆ ਸਭ ਹੀ, ਕਹਿੰਦੇ ਜਿਹੜੀ ਬੋਡੀ ਤੋਂ ਲੈ ਕੇ ਜਨਮਿਆ ਸੀ, ਸੰਸਾਰ ਵਿੱਚ ਸਰੀਰ ਲੈ ਕੇ ਆਇਆ ਸੀ, ਇਹ ਵੀ ਤੇਰੇ ਨਾਲ ਨਹੀਂ ਜਾਣ ਵਾਲਾ। ਇਸ ਕਰਕੇ ਜੇ ਨਾਲ ਜਾਣ ਵਾਲੀ ਵਸਤੂ ਹੈ ਉਹ ਕੇਵਲ ਵਾਹਿਗੁਰੂ ਜੀ ਦਾ ਨਾਮ ਹੈ। ਤੇ ਕਹਿੰਦੇ ਜਦੋਂ ਤੇਰਾ ਕਾਲ ਹੀ ਆ ਗਿਆ, ਸਮਾਂ ਹੀ ਆ ਗਿਆ, ਫਿਰ ਤੂੰ ਕੀ ਨਾਮ ਜਪੇ। ਇਸ ਕਰਕੇ ਸਾਰੇ ਮਾਈ ਭਾਈ ਗੱਜ ਬੱਜ ਕੇ ਬੋਲੇ, ਤੈਥੋਂ ਨਾਮ ਜਪਿਆ ਨੀ ਜਾਣਾ, ਜਦੋਂ ਤੇਰਾ ਕਾਲ ਆ ਗਿਆ, ਨਾਮ ਜਪਿਆ ਨੀ ਜਾਣਾ, ਜਦੋਂ ਤੇਰਾ ਕਾਲ ਆ ਗਿਆ।
जाग लेहो रे मना जाग लेहो कहाँ दाखल कहते तू अज्ञानता की नींद दे विच मोह माया की नींद दे विच सुता पिया होया तैनूं अपने आप नूं पता ही नहीं कि मेरा काल रूप सूरज कदों चढ़ जाना है, कदों तेरे ते मौत दी किरणां आ पैणियां ने, ये तैनूं पता नहीं। इस करके हुण समा है जिहड़ी आपां गल कर रहे सी शरीरक मौत की, जिहड़ी शरीरक मौत है वो सारियां दी होनी है। जिस वास्ते श्री गुरु तेग बहादुर महाराज जी एक वचन कहते हैं कि जो उपजो सो बिनस है, भी जिसने जन्म ले लिया ਉਹਨੇ ਭਾਈ ਫਿਰ ਬਿਨਸਣਾ ਵੀ ਹੈ। ਜੋ ਉਪਜਿਓ ਸੋ ਉਹ ਬਿਨਸ ਹੈ, ਕਹਿੰਦੇ ਉਹਨੇ ਨਾਸ ਹੋ ਜਾਣਾ ਹੈ। ਹੁਣ ਇੱਥੇ ਇਹਦੀ ਲਿਮਟ ਕੋਈ ਨਹੀਂ ਹੈ ਵੀ ਨਾਸ ਕਦੋਂ ਹੋ ਜਾਣਾ। ਇਹਨਾਂ ਆਖ ਦਿੱਤਾ ਵੀ ਜੋ ਉਪਜਿਓ ਸੋ ਬਿਨਸ ਹੈ, ਜਿਹਨੇ ਜਨਮ ਲਿਆ ਜਿਹੜਾ ਪੈਦਾ ਹੋ ਗਿਆ ਉਹਨੇ ਇੱਕ ਦਿਨ ਮਰ ਜਾਣਾ, ਖਤਮ ਹੋ ਜਾਣਾ ਉਹਨੇ ਇੱਕ ਦਿਨ। ਕਦੋਂ? ਪਰੋ ਆਜ ਕੈ कहते जल्दा अज खत्म हो जाएगा, अज नहीं कल में हो जाएगा, जे कल में नहीं तो परो परसों मर जू। कहते सदा वास्ते तो किसी ने टिके रहना नहीं, परो आज क्या काल। इस करके नानक हर गुण गाए दे मना तेरे कोले हुण समा है। कहते इस करके तू प्रभु दे गुण गाया कर, उस वाहिगुरु जी नूं परमेश्वर अकाल पुरख वाहिगुरु जी ने सिमरिया कर। नानक हर गुण गाए दे छाड़ सगल जंजाल। ਇਹਦੇ ਵਿੱਚ ਇੱਕ ਜੁਗਤੀ ਬੜੀ ਸੋਹਣੀ ਦੱਸੀ ਹੈ। ਜੇ ਪਿਆਰ ਨਾਲ ਪੜ੍ਹੀਏ, ਧਿਆਨ ਨਾਲ ਪੜ੍ਹੀਏ ਤਾਂ ਨਾਮ ਜਪਣ ਦੀ ਜੁਗਤੀ ਲੱਭ ਜਾਂਦੀ ਹੈ। ਕੀ ਜੁਗਤੀ ਹੈ? ਕਹਿੰਦੇ ਨਾਨਕ ਹਰ ਗੁਣ ਗਾਏ ਦੇ, ਤੇ ਰੱਬ ਦੇ ਗੁਣ ਗਾਇਆ ਕਰ ਭਾਈ, ਵਾਹਿਗੁਰੂ ਜੀ ਦੇ ਗੁਣ ਗਾਇਆ ਕਰ। तरीका की दसिया नाल कहते छाड़ सगल जंजाल, कहते सारे जंजाल जिहदे नाल तू अपने आप नूं तू बन्निया होया, उन्हां ने नहीं तैनूं बन्निया। वो जंजाल नूं छड्ड दे जिहनूं जिहदे नाल तू अपने आप नूं बन्नी फिरदा है, जिहनूं तू कही जाना कि आ मेरा ओ मेरा आ भी मेरा। कहते आ जंजाल छड्ड के फिर तू नाम जप तां तू सफल हो ते शरीरक मौत जो उपजो सो बिनस है। कहते भाई जेड़ा पैदा हो गया वो जीव ने एक ना एक दिन मर जाना है, इस पानी संसार में छड्ड जाना है। क्योंकि इस पानी संसार दे विच शरीरां करके बहुत तरह के लोग आए जिन्हों साडे विद्वानां ने 6 प्रकार के तरीके नाल वंड की है, जिन्हों खट अवतार कहते हैं, नित अवतार, निमित्त अवतार, अंसा अवतार, बेसा अवतार, पूर्ण अवतार ते पूर्णतानी अवतार।
6 प्रकार ਦਿੱਤਾ ਇਹ ਅਵਤਾਰ ਕਹੇ ਜਾਂਦੇ ਨੇ। ਪਰ ਗੁਰੂ ਸਾਹਿਬ ਜੀ ਕਹਿੰਦੇ ਭਲਾ ਅਵਤਾਰਾਂ ਦੀ ਗਿਣਤੀ ਵਿੱਚ ਆਉਣ ਵਾਲਾ ਵੀ ਸਰੀਰ ਹੈ, ਉਹਨੇ ਕਿਤੇ ਟਿਕੇ ਥੋੜਾ ਰਹਿਣਾ ਹੈ। ਜਿਹੜਾ ਆਈ ਸਰੀਰ, ਜਿਹੜਾ ਜਨਮ ਲੈ ਗਿਆ, ਕਹਿੰਦੇ ਭਾਈ ਉਹਨੇ ਇੱਕ ਦਿਨ ਚਲੇ ਵੀ ਜਾਣਾ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਫਿਰ ਦੂਜੀ ਕੈਟਾਗਰੀ ਹੁੰਦੀ ਹੈ ਵੀ ਇੱਕ ਰਾਜੇ ਨੇ ਤੇ ਇੱਕ ਭਿਖਾਰੀ ਨੇ। ਦੂਜੀ ਕੈਟਾਗਰੀ ਇਹ ਹੁੰਦੀ ਹੈ, ਇੱਕ ਸੰਤ ਨੇ, ਇੱਕ ਦੁਸ਼ਟ ਨੇ। ਕਹਿੰਦੇ ਇਹਨਾਂ ਦੇ ਵਿੱਚੋਂ ਵੀ ਭਲਾ ਕੋਈ ਹੋਵੇ, ਇੱਕ ਦੇਵਤੇ ਨੇ ਤੇ ਦੂਜੇ ਰਾਖਸ਼ ਨੇ। ਕਹਿੰਦੇ ਇਹਨਾਂ ਦੇ ਵਿੱਚੋਂ ਵੀ ਕੋਈ ਹੋਵੇ ਤੇ ਕਹਿੰਦੇ ਇਹ ਕਿਤੇ ਸਦਾ ਥੋੜਾ ਟਿਕੇ ਰਹਿਣਗੇ। ਇਸ ਕਰਕੇ ਰਾਣਾ ਰਾਉ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਬਾਰੀ ਆਪੋ ਆਪਣੀ ਕੋਈ ਨਾ ਬੰਧੈ ਹੀਰ। ਤੇ ਸਦਾ ਵਾਸਤੇ ਕਿਸੇ ਨੇ ਇੱਥੇ ਟਿਕੇ ਨਹੀਂ ਰਹਿਣਾ। ਸਰੀਰਾਂ ਕਰਕੇ ਜਿਹੜੀ ਮੌਤ ਹੈ ਉਹ ਸਾਰਿਆਂ ਦੀ ਹੋਣੀ ਹੈ, ਚਾਹੇ ਉਹ ਪਸ਼ੂ ਹੈ, ਪੰਛੀ ਹੈ। जैसे गुरु साहब जी का एक और वचन होता है कि हुक्म है अंदर सबको, बाहर हुक्म न होए। सारे उस वाहिगुरु जी के हुक्म विच ने। हुण आउणा, जमना, मरना, संसार ते रहना, ये हुक्म विच है। फिर सारे जीव भी उस करते परमेश्वर अकाल पुरख वाहिगुरु जी के हुक्म दे विच रहिंदे ने। ते फिर जिवें जिवें किसी नूं हुक्म हुंदा है ओवें ओवें ज्यों ज्यों तेरा हुक्म तिवै त्यों हो बना। फिर जिवें जिवें उस वाहिगुरू जी का हुक्म हुंदा है ओवें ओवें हो रहा। ओवें पहला भी हो रहा सी ते हुण भी हो रहा, और अगे भी कहते इसे प्रकार ही होवेगा जिवें वो करता वाहिगुरू करवाएगा। क्योंकि आपां पढ़दे हैं ना कि जो तुध भावै साई परिकार, तू सदा सलामत और निरा आकार। वाहिगुरू जी जिवें जीवन तो करा रहा उवें करते ने। जिन्ना किसी ने रख रहा उन्ना रह रहे ने। आपकी मर्जी के नाल कोई रह नहीं सकता, अपनी मर्जी नाल कोई जा भी नहीं सकता। क्योंकि इस संसार से रहने का समा जिहड़ा वो सानू जिणमा मिणमा मिलिया है। जिणमा मिणमा समा मिलिया, इहदे विच असीं कोई भी बात घट नहीं कर सकते। इस दे विच ना इहनूं वधाया जा सकता, ना घटाया जा सकता। क्योंकि इस गल की उगाई पंचम पातशाह श्री गुरु अर्जन देव महाराज जी कहते गण घाले सब दिवस सास नह बढ़न घटन तैलसार। बाबा नगरी विच वचन करते हैं गुरु अर्जन देव महाराज जी कहते भाई जेड़ा आ समा मिले ना सानू धई प्राप्त मानक दे हुई आ ये समा कहते ये रहने वास्ते जन्मा मिलना मिले। किन्ना मन कर ले सब दिवस सास कहते दिन ਅਤੇ रात दे ਜਿਹੜੇ ਅਸੀਂ ਸਾਹ ਲੈਣੇ ਨੇ ਕਹਿੰਦੇ ਉਹ ਗਿਣੇ ਹੋਏ ਨੇ। ਉਹਨਾਂ ਦੇ ਵਿੱਚ ਕੋਈ ਬਾਤ ਘਟ ਨਹੀਂ ਹੋ ਸਕਦੀ। ਨਾ ਅਸੀਂ ਮਰਜ਼ੀ ਨਾਲ ਵਧਾ ਸਕਦੇ ਹਾਂ ਤੇ ਨਾ ਹੀ ਅਸੀਂ ਮਰਜ਼ੀ ਦੇ ਨਾਲ ਘਟਾ ਸਕਦੇ ਹਾਂ। ਘਟਾ ਕਿੰਨੇ ਨਹੀਂ ਸਕਦੇ ਜਾਂ ਵਧਾ ਕਿੰਨੇ ਵੀ ਨਹੀਂ ਸਕਦੇ। ਤੈਲ ਸਾਰ ਹੁਣ ਤੈਲ ਕਿੱਡਾ ਕੁ ਹੁੰਦਾ ਕਹਿੰਦੇ ਤੈਲ ਜਿੰਨੀ ਵੀ ਅਸੀਂ ਬਾਤ ਘਾਟ कर नहीं सकते। क्योंकि ये पूर्ण पुरख वाहिगुरू जी की रचना है। ना घाट है ना वाद है, ना घाट वाद होत है। जिमी जमान समस्त के विच है एक जोत है। कहते वो एक जोत परमात्मा प्रभु ने इसकी रचना की है। ये दिते हुए समय च घाट वाद नहीं हो सकती। पंज माना कोई नहीं चाहता, सारे जिउना चाहते हैं। ਅਸੀਂ ਆਪਣੇ फैमिली ਨੂੰ जिंदा देखना जिंदा रखना चाहते हैं, पर जो वाहिगुरू जी का हुक्म है ਉਹਦੇ अनुसार सबना ने चले जाना है। गण घाले सब दिवस सास नह बढ़न घटन तैलसार। जीवन लोरै भरम मोह नानक देव गवार। इस करके
कहते भाई इस फानी संसार से किसी ने भी टिके नहीं रहना है। जैसे गुरु साहब जी का वचन है कि इतने देवते भी ने राक्ष भी ने, उन्होंने विचों भी किसी ने सदीव कार नहीं रहना। रहन ना पावे जी सुर नर देवा, सुर नर देवा। रहन ना पावे जी सुर नर देवा, सुर नर देवा। रहन ना पावे जी सुर नर देवा, सुर नर देवा। रहन ना पावे जी सुर नर देवा, सुर नर देवा। रहन ना पावे जी सुर नर देवा, सुर नर देवा। संसार से किसी ने हमेशा नहीं टिके रहना। शरीर करके सारे ने चले जाना है, चाहे वो अवतार ने, संत ने, महापुरख ने, रब दे प्यारे ने, ते जा फिर राजे ने, महाराजे ने, बादशाह ने, चक्रवर्ती बादशाह ने, पातशाह लोक ने, कहते सबना ने चले जाना है। राजिया की गिनती के विच गुरु साहब जी की कहते हैं, कहते राम गयो रावण गयो जाको वह परिवार। ये दो भी राजे सी। रामचंद्र जी सत्कारयोग श्री दशरथ के बेटे सी, वो भी राजे सी। फिर रामचंद्र भी राजे ते रावण को कहते राजा नहीं भी वो ते लंका का पति सी और एडा बड़ा परिवार वाला ते इन्ना धनाड़ सी श्री रावण। ਉਹਦੇ ਪਰਥਾਏ ਵੀ ਬਚਨ ਆਉਂਦੇ ਨੇ ਕਿ ਲੰਕਾ ਕਾਢ ਸੋਇਨੇ ਕਾ ਭਇਆ, ਉਹਦਾ ਘਰ ਹੀ ਸੋਨੇ ਦਾ ਸੀ। ਇਸ ਤਰ੍ਹਾਂ 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਘਰ ਦਿਆ ਨਾ ਬਾਕੀ। ਤੇ ਕਹਿੰਦੇ ਰਾਜਾ ਰਾਵਣ ਇੰਨੀ ਵੱਡੀ ਉਹਦੀ ਫੈਮਿਲੀ ਸੀ, ਜਿਹਦੇ ਪਰਿਵਾਰ ਦੀ ਗਿਣਤੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਭਾਈ ਮੈਂ ਨਹੀਂ ਕਹਿੰਦਾ, ਜਿਹਦੇ ਪਰਿਵਾਰ ਦੀ ਫੈਮਿਲੀ ਦੀ ਗਿਣਤੀ ਕਿੰਨੀ ਕੁ ਗਿਣਤੀ ਹੈ ਉਹਦੇ ਪਰਿਵਾਰ ਦੀ 1 ਲੱਖ ਪੂਤ। ਕਹਿੰਦੇ 1 ਲੱਖ ਪੁੱਤਰ ਸੀ ਉਹਦੇ ਤੇ 1.25 ਲੱਖ ਨਾਤੀ। ਕਹਿੰਦੇ 1.25 ਲੱਖ ਪੁੱਤਰ ਸੀ। ਕਹਿੰਦੇ ਇੰਨੇ ਵੱਡੇ ਟੱਬਰ ਵਾਲਾ, ਇੰਨੇ ਵੱਡੇ ਪਰਿਵਾਰ ਵਾਲਾ ਰਾਜਾ ਰਾਵਣ ਕਿੱਧਰ ਗਿਆ ਉਹਦਾ ਪਰਿਵਾਰ। ਤੇ ਕਹਿੰਦੇ ਅੱਜ ਉਹਦੇ ਘਰ ਦੇ ਹਾਲਾਤ ਕਿਹੋ ਜਿਹੇ ਨੇ, ਰਾਜੇ ਰਾਵਣ ਦੇ ਘਰ ਦੇ। ਤੇ ਰਾਵਣ ਘਰ ਦਿਆ ਨਾ ਬਾਕੀ, ਉਹ ਦੀਵਾ ਬੱਤੀ ਨਾ ਬਲੇ ਦੀ ਕਰ ਤੇਰੇ ਪੁੱਤਰਾਂ ਦੀ ਮੌਜ ਬਣਾਏ। ਬੱਤੀ ਨਾ ਬਲੇ ਕਰ ਤੇਰੇ ਪੁੱਤਰਾਂ ਦੀ ਮੌਜ ਬਣਾਏ।
ਦੀਆ ਨਾ ਬਾਤੀ। ਤੇ ਕਹਿੰਦੇ ਉਸ ਰਾਜੇ ਰਾਵਣ ਦੇ ਘਰ ਕੋਈ ਦੀਵਾ ਬੱਤੀ ਜਗਾਉਣ ਵਾਲਾ ਵੀ ਨਹੀਂ ਰਿਹਾ। ਇਹ ਸੰਸਾਰ ਦੇ ਹਾਲਾਤ ਹੈ ਵੀ ਪਿਆਰਿਓ, ਜੇ ਕੋਈ ਕਹੇ ਵੀ ਮੈਂ ਬਹੁਤ ਵੱਡਾ, ਮੈਂ ਮਰਨਾ ਨਹੀਂ ਜਾਂ ਮੈਨੂੰ ਕੋਈ ਮਾਰ ਨਹੀਂ ਸਕਦਾ, ਤੇ ਵਾਹਿਗੁਰੂ ਪਰਮਾਤਮਾ ਜੀ ਦੇ ਦਿੱਤਾ ਹੋਇਆ ਜਿਹੜਾ ਸਮਾਂ ਉਹਦੇ ਵਿੱਚ ਬਾਹਰ ਘੱਟ ਨਹੀਂ ਹੋ ਸਕਦੀ। ਉਹ ਜਦੋਂ ਸਮਾਂ ਆ ਆਉਂਦਾ ਫਿਰ ਸਭ ਨੂੰ ਚਲੇ ਜਾਣਾ ਪੈਂਦਾ। ਜਿਵੇਂ ਭਾਈ ਮਰਦਾਨਾ ਜੀ ਦਾ ਜ਼ਿਕਰ ਆਉਂਦਾ ਹੈ, ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਜ਼ਿਕਰ ਆਉਂਦਾ ਹੈ ਭਾਈ ਮਰਦਾਨਾ ਜੀ ਦਾ। ਇੱਕ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਸੇ ਜੰਗਲ ਵਿੱਚ ਵਿਚਰ ਰਹੇ ਸੀ। ਅਚਾਨਕ ਹੀ ਮਰਦਾਨੇ ਦੇ ਮਨ ਦਾ ਫੁਰਨਾ ਹੋਇਆ ਵੀ ਚਲੋ ਪਿੰਡ ਵੇਲੇ ਆਈਏ। ਅੱਗੇ ਵੀ ਉਹਦੀ ਜ਼ਿਕਰ ਆਉਂਦਾ ਰਹਿੰਦਾ ਭਾਈ ਮਰਦਾਨੇ ਦਾ, ਇਤਿਹਾਸ ਵਿੱਚ ਵੀ ਪਿੰਡ ਮਿਲ ਕੇ ਆਉਣਾ। ਕਦੀ ਗੁਰੂ ਸਾਹਿਬ ਕਹਿੰਦੇ ਨੇ ਚੱਲ ਜਾ, ਕਦੀ ਕਹਿੰਦੇ ਮਰਦਾਨਾ ਨਹੀਂ ਜਾਣਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਮਰਦਾਨਾ ਜੀ ਨੇ ਬੇਨਤੀ ਕਹੀ, ਮਹਾਰਾਜ ਜੀ ਮੇਰੇ ਚਿੱਤ ਦੇ ਵਿੱਚ ਫੁਰਨਾ ਹੋ ਰਿਹਾ ਵੀ ਮੈਂ ਆਪਣੇ ਬੱਚਿਆਂ ਨੂੰ, ਪਤੀ ਪਤਨੀ ਨੂੰ, ਪਰਿਵਾਰ ਨੂੰ ਮਿਲ ਕੇ ਆਉਣਾ ਚਾਹੁੰਦਾ। ਸਤਿਗੁਰੂ ਜੀ ਕਹਿਣ ਲੱਗੇ ਮਰਦਾਨਾ ਤੇਰੀ ਮਰਜ਼ੀ, ਦੇਖ ਲਾ ਜਾਣਾ ਹੈ। ਹਾਂ ਮਹਾਰਾਜ ਜੀ ਜਾਣਾ। ਕਹਿੰਦੇ ਚਲੋ ਠੀਕ ਹੈ ਚਲਿਆ ਜਾ। ਮਰਦਾਨਾ ਬੜਾ ਖੁਸ਼ ਹੈ ਵੀ ਐਤਕੀ ਤਾਂ ਆਪਣੀ ਪਹਿਲੀ ਐਪਲੀਕੇਸ਼ਨ ਹੀ ਪਾਸ ਹੋ ਗਈ। ਪਹਿਲੀ ਵਾਰੀ ਕਿਹਾ ਗੁਰੂ ਸਾਹਿਬ ਨੇ ਹਾਂ ਕਰ ਦਿੱਤੀ। ਮਰਦਾਨਾ ਖੁਸ਼ ਹੋ ਗਿਆ। ਖੁਸ਼ ਹੋ ਕੇ ਨਾ ਫਿਰ ਕੀ ਕਹਿੰਦਾ, ਮਹਾਰਾਜ ਤੁਸੀਂ ਵੀ ਚਲੋ, ਵੀ ਜਦੋਂ ਮੈਂ ਜਾਊਂਗਾ ਹਰ ਵਾਰ ਮੇਰੇ ਨਾਲ ਇਦਾਂ ਹੀ ਹੁੰਦਾ, ਜਦੋਂ ਮੈਂ ਤਲਵੰਡੀ ਚਲਿਆ ਜਾਂਦਾ ਨਾ ਤੇ ਫਿਰ ਬਾਬਾ ਕਾਲੂ ਜੀ ਮੇਰੇ ਨਾਲ ਬੋਲਦੇ ਨੇ, ਉਹ ਗੁੱਸੇ ਹੁੰਦੇ ਨੇ, ਤੁਹਾਡੀ ਮਾਤਾ ਤ੍ਰਿਪਤਾ ਜੀ ਉਹ ਫਿਰ ਨੇਤਰ ਭਰ ਲੈਂਦੀ ਆ ਮਹਾਰਾਜ ਤੁਹਾਡੇ ਵਿਸ਼ਵ ਦੇ ਵਿੱਚ, ਕਿਉਂਕਿ ਮਾਂ ਦੇ ਪੁੱਤ ਦਾ ਪਿਆਰ ਹੀ ਨਾ ਹੁੰਦਾ, ਵਿਛੋੜਾ ਹੀ ਹੈ ਮਾਂ ਦੇ ਪੁੱਤ ਦਾ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਜੀ ਜਦੋਂ ਮਾਤਾ ਜੀ ਪੁੱਛਦੇ ਨੇ ਨਾ, ਕਹਿੰਦੇ ਫਿਰ ਮੈਂ ਕਹਿ ਦਿੰਦਾ ਮੇਰੇ ਨਾਨਕ ਮੇਰੇ ਨਾਲ, ਮੇਰੇ ਮਾਲਕ ਨਹੀਂ ਹੈ, ਮੈਂ ਇਕੱਲਾ ਹੀ ਆਇਆ। ਕਹਿੰਦੇ ਫਿਰ ਮਾਂ ਦਾ ਮਨ ਉਦਾਸ ਹੋ ਜਾਂਦਾ। ਮਹਾਰਾਜ ਐਤਕੀ ਮੇਰੀ ਬੇਨਤੀ ਹੈ ਵੀ ਤੁਸੀਂ ਚਲੋ ਨਾਲ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਮਰਦਾਨਾ ਜੀ ਨੇ ਇਦਾਂ ਦੇ ਕੁਝ ਵਚਨ ਕਹੇ ਨਾ ਵੀ ਤੁਸੀਂ ਚੱਲੋ, ਸਤਿਗੁਰੂ ਜੀ ਅੱਗੋਂ ਮੁਸਕਰਾ ਪਏ, ਥੋੜਾ ਹੱਸ ਪਏ। ਮੁਸਕਰਾਉਂਦੇ ਚਿਹਰੇ ਤੋਂ ਗੁਰੂ ਸਾਹਿਬ ਨੇ ਵਚਨ ਕਿਹਾ, ਕਹਿਣ ਲੱਗੇ ਮਰਦਾਨਿਆ ਪਹਿਲਾਂ ਤਾਂ ਤੂੰ ਹੀ ਜਾਣਾ, ਅਸੀਂ ਨਹੀਂ ਜਾਣਾ ਤੇਰੇ ਨਾਲ। ਜਦੋਂ ਇਹ ਵਚਨ ਕਿਹਾ ਵੀ ਤੈਂ ਜਾਣਾ ਪਹਿਲਾਂ, ਕਹਿੰਦੇ ਨਹੀਂ ਮਰਦਾਨਾ ਤੂੰ ਪਹਿਲਾਂ ਚੱਲ ਪਿੰਡ। ਹੁਣ ਗੁਰੂ ਸਾਹਿਬ ਕਹਿ ਰਹੇ ਨੇ ਪਿੰਡ ਆਪਣੇ ਆਤਮਿਕ ਘਰ ਨੂੰ, ਨਿਰੰਕਾਰ ਦੇ ਘਰ ਨੂੰ, ਕਹਿ ਲਗੇ ਨਹੀਂ ਮਰਦਾਨਾ ਪਹਿਲਾਂ ਤੂੰ ਪਿੰਡ ਚੱਲ, ਅਸੀਂ ਫੇਰ ਆਵਾਂਗੇ। ਭਾਈ ਮਰਦਾਨਾ ਕਹਿ ਲਗਾ ਨਹੀਂ ਮਹਾਰਾਜ ਮੇਰੇ ਨਾਲ ਹੀ ਚਲੋ। ਤੇ ਜਦੋਂ ਸਤਿਗੁਰੂ ਜੀ ਨੇ ਮੁਸਕਰਾ ਕੇ ਕਿਹਾ ਨਾ, ਕਹਿਣ ਲੱਗੇ ਮਰਦਾਨਿਆ ਪਹਿਲਾਂ ਤੈਂ ਹੀ ਜਾਣਾ, ਬਾਰੀ ਤੇਰੀ ਹੈ, ਰੱਜ ਕੇ ਆਖੋ ਸਤਨਾਮ। ਭਾਈ ਮਰਦਾਨਾ ਸਮਝ ਗਿਆ ਵੀ ਹੁਣ ਕੀ ਕਹਿ ਦਿੱਤਾ। ਭਾਈ ਮਰਦਾਨਾ ਜੀ ਦੇ ਹੱਥ ਜੋੜ ਕੇ ਫਿਰ ਕਹਿਣ ਲੱਗਾ ਮਹਾਰਾਜ ਸੱਚੀਓ ਮੇਰੀ ਵਾਰੀ ਹੈ ਪਹਿਲਾਂ। ਕਹਿਣ ਲੱਗੇ ਹਾਂ ਮਰਦਾਨਾ ਵਾਰੀ ਤੇਰੀ ਆ, ਪਹਿਲਾਂ ਤੂੰ ਜਾਏਗਾ ਪਹਿਲਾਂ। ਭਾਈ ਮਰਦਾਨਾ ਜੀ ਕਹਿਣ ਲੱਗੇ ਫਿਰ ਮਹਾਰਾਜ ਤਿਆਰੀ ਕਦੋਂ ਕਰ, ਜਾਣਾ ਕਦੋਂ ਦਾ ਮੈਨੂੰ ਸਮਾਂ ਵੀ ਦੱਸ ਦਿਓ। ਸਤਿਗੁਰੂ ਜੀ ਕਹਿਣ ਲੱਗੇ ਮਰਦਾਨਾ ਤੇਰੇ ਸਵਾ ਕੁ 2 ਦਿਨ ਰਹਿੰਦੇ, ਜੇ ਸੱਚ ਪੁੱਛਣਾ ਤੇ ਫਿਰ ਸਵਾ ਕੁ 2 ਦਿਨ ਰਹਿੰਦੇ ਨੇ, 2 ਦਿਨ ਰੱਜਦੇ ਆ। ਪਰਸੋਂ ਨੂੰ ਕਹਿੰਦੇ ਤੂੰ ਦੁਪਹਿਰ ਸਵੇਰ ਨੂੰ ਚਲਿਆ ਜਾਵੇਂਗਾ। ਚਲੋ ਮਹਾਰਾਜ ਠੀਕ ਹੈ ਫਿਰ ਬਸ ਤਾਂ ਤਿਆਰੀ ਕਰੀਏ। ਹਾਂ ਮਰਦਾਨਾ ਕਰ ਲੈ ਫਿਰ ਤਿਆਰੀ ਜਾਣ ਦੀ ਹੁਣ ਤੋਂ। ਭਾਈ ਮਰਦਾਨੇ ਨੇ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਕੁਝ ਬੇਨਤੀਆਂ ਕਹੀਆਂ ਭਾਈ ਮਰਦਾਨੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ 'ਚ। ਤੇ ਅਗਲੇ ਦਿਨ ਸਤਿਗੁਰੂ ਜੀ ਨੇ ਭਾਈ ਮਰਦਾਨੇ ਨੂੰ ਲਿਆ ਇੱਕ ਹੋਰ ਦੇਸ਼ 'ਚ ਚਲੇ ਗਏ। ਫਿਰ ਉੱਥੋਂ ਅੱਗੇ ਇੱਕ ਹੋਰ ਥਾਂ ਤੇ ਚਲੇ ਗਏ, ਅੱਗੇ ਖੁਰਮੇ ਪਿੰਡ ਦੇ ਵਿੱਚ ਪਹੁੰਚ ਗਏ। ਜਦੋਂ ਖੁਰਮੇਪੁਰ ਪੁੱਜੇ, ਜਦ ਬਾਹਰੋਂ ਪਿੰਡ ਤੋਂ ਬਾਹਰ ਸਜੇ, ਜਦੋਂ ਬਾਹਰ ਸਜੇ ਨੇ ਨਾ, ਜਦੋਂ ਬਾਹਰ ਸਜੇ ਸਤਿਗੁਰੂ ਜੀ ਤੇ ਭਾਈ ਮਰਦਾਨੇ ਨੂੰ ਪੁੱਛਦੇ ਨੇ ਮਰਦਾਨਿਆ ਸਮਾਂ ਤੇਰਾ ਨੇੜੇ ਹੀ ਆ, ਹੁਣ ਤੋਂ ਸਾਡੇ ਕੋਲੇ ਘੜੀਆਂ ਨਹੀਂ ਹੈ, ਜੇ ਕੋਈ ਤੇਰੀ ਅੰਤਮ ਇੱਛਾ ਕੋਈ ਖਿਆਲ ਹੈ ਉਹ ਸਾਂਝਾ ਕਰ ਲੈ। ਭਾਈ ਮਰਦਾਨੇ ਨੇ ਬੇਨਤੀ ਕਰੀ,
की बेनती की, महाराज जी आप कृपा करियो। पहली बेनती मेरी ये है भी महाराज जी जब मैं शरीर करके चलिया जावा, प्राण पंखेरु हो जान मेरे, आप कृपा करो मेरा संस्कार करवा लो, मैनू दफनायो ना, मेरी कबर ना बन दियो ते मैनू संस्कार करवा दो मेरी इस बॉडी का। कहने लगे मर्दाने ये असीं करवा दिया। और दस फिर भाई मर्दाने ने बेनती की अपने परिवार बारे। कहने लगा महाराज जी सारी जिंदगी जिवें तुसीं मेरे सिर ते हाथ रखिया सी ना, मेरे सिर ते हाथ रखिया सी ते मैनू कदे औंकड़ नहीं आउण दित्ती, मेरे घर कदे पदार्थां दा घाटा नहीं होण दित्ता। क्योंकि गुरु नानक देव महाराज जी ने भाई मर्दाना जी की लड़की का ब्याह भी कराया सी। भाई मर्दाने की लड़की के ब्याह का दाज का जो समान सी ना, जो भी खर्चा होया जिन्ना भी होया वो तकरीबन सारा मोदी खाने विचों होया सी, सुल्तानपुर लोधी तो ते उतों खर्चा दिता सी। सुल्तानपुर लोधी तो लाहौर तो रस्त लैके आंदी गई सी, समान जिहड़ा सी मर्दाने की लड़की के ब्याह का वो लाहौर तो खरीदा गया सी। होर भी मर्दाने के घर दीयां मुश्किलां वो गुरु नानक साहब जी हल करते सी। भाई मर्दाना जी ने गुरु चरणों में बेनती की, महाराज जदों तो मैं तेरे चरणों का आसरा लिया ना ते कहते मैनू कोई घाटा नहीं देगा। इस करके महाराज मैं हुण चाहुंदा भी आप जी कृपा करियो मेरे धीआं पुत्रां नूं अपने चरनी ला लिओ। वज के आखो सतनाम। अरदासां ते असीं भी करदे हां, आपां ते बहुते ये अरदास करदे हां भी मैं ते भला मारी जावां, जे किते 9 पुत कनेडा अमरीका पहुंचा दिओ महाराज, ये गल ठीक है। मर्दाना जी की कहंदे ने महाराज ऐ बख्शिश दे घर ऐ ज्ञान दे भंडार, आप कृपा करो मेरे पुत्र नूं आपदे चरनी ला लिओ। क्योंकि मैं आपकी जिंदगी दे विच एक तजर्बा करिया। पुछदे ने कहंदे मर्दाना तैं तजर्बा की करिया? भाई मर्दाने दे नेत्र भरे ते भरे सजल नेत्रां दे नाल मर्दाना की कहदा है तेरे चरनां करके महाराज तुसीं मेरे संसार में भी लाज रखी है, मेरी दरगाह भी लाज रखी ते आप जी कृपा करियो मेरे परिवार वाले चरणा के नाल जोड़ के तेरे
हथ जोड़े हुए ने गुरु नानक देव महाराज जी के सृष्टि मालक के सामने खड़ा। फिर भाई मरदाना जी को पुछते कह लगे मरदानिया कुछ होर। फिर मरदाना जी ने बेनती की महाराज जे मैं इत्थे तुसीं मेरी लाज रखी है ना उदा ही तुसीं कृपा करियो मेरी दरगाह दे विच भी लाज रखियो उत्थे भी मैनूं चरनां च रखियो। ते फिर सतगुरु जी पुछदे मरदानिया हुण इहो दस भी तैनूं कुछ महसूस हो रहा है मैं शरीर छड्ड के जाना है। भाई मरदाना जी कह लगे महाराज मैनूं खुशी महसूस हो रही है भी मैं तेरिया सृष्टि मालक ऐ खुदा मैं तेरिया नजरों के सामने जावांगा मेरे वर्गा भागण वाला बंदा नहीं होना। मैं तेरिया नजरों के सामने तेरे चरणों च शरीर छड्ड के जाऊंगा क्योंकि ये मेरी किसी समय की बेनती सी मन के ख्याल सी भाई मरदाने दे किहड़े मेरा सिर तेरे चरणा च होवे सिर तेरे चरणा च होवे जदों मेरी जान निकले जदों मेरी जान निकले जदों मेरी जान निकले मेरा सिर तेरे फिर सतगुरु जी पूछते मरदाने हुण समा कितना करेगा महाराज समा मैनूं इउं लग रहा भी हुण ते बहुत नेड़े ही आ गया हुण अगे बहुता समा नहीं। फिर पूछते कहते मरदाने साह किन्ने क रह गए तेरे जिहड़ी गल आपां करदे सी ना भी साह गिणे नहीं बंदा बढ़ा घटा नहीं सकता। भाई मरदाना जी कहण लगे महाराज आ जिहड़ा चल रहा है ਇਹਦੇ ਤੋਂ बगैर कहते मेरे 9 साह बाकी ने गज के को सतनाम केवल मेरे 9 ही साह रह गए। हुण सतगुरु जी मुस्कुराने कहते फिर मरदाना लम्मा पै जा किते खड़ा ही ना रही लम्मा पै जा। भाई मरदाना जी ने गुरु नानक देव महाराज जी के चरणों के सिर धरिया ते लम्मा पै गया।
ਤੇ ਬਾਲਾ ਜੀ ਦੀ ਡਿਊਟੀ ਲਾ ਕੇ ਉਹ ਜਿਵੇਂ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਮੈਂ ਆਪ ਦੇ ਨਾਲ ਸਾਂਝਾ ਕਰਿਆ। ਭਾਈ ਬਾਲਾ ਜੀ ਨੂੰ ਕਹਿੰਦੇ ਮਰਦਾਨਾ ਵਾਹਿਗੁਰੂ ਬਾਲਿਆ, ਕਹਿੰਦੇ ਇਹ ਮਰਦਾਨਾ ਇਹਦਾ ਸੁਭਾਅ ਥੋੜਾ ਮਜ਼ਾਕੀਆ ਪਹਿਲਾਂ ਤੋਂ ਹੀ, ਕਹਿੰਦੇ ਬਖੌਲ ਨਾ ਕਰੇ, ਕਹਿੰਦੇ ਇਹਦੇ ਸਾਹ ਗਿਣ। ਕਹਿੰਦਾ ਮਹਾਰਾਜ ਜੀ ਭਾਈ ਬਾਲਾ ਜੀ ਨੇ ਸਾਹ ਗਿਣੇ ਮਰਦਾਨੇ ਦੇ, ਤੇ ਜਦੋਂ ਸਵਾਸ ਗਿਣੇ ਨਾ ਤੇ ਫਿਰ ਭਾਈ ਮਰਦਾਨੇ ਨੇ 9 ਸਾਹ ਪੂਰੇ ਕਰ ਲਏ। ਤੇ ਜਦੋਂ 9 ਸਾਹ ਪੂਰੇ ਹੋ ਗਏ, ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸੰਮੁਖ ਹੱਥ ਜੋੜੇ ਹੋਏ ਪਿਆ ਮਲੰਮਾ, ਤੇ ਨੇਤਰਾਂ ਦੇ ਨਾਲ ਦਰਸ਼ਨ ਕਰ ਰਿਹਾ ਸੀ। ਤੇ ਬਸ 10ਵਾਂ ਸਾਹ ਨਹੀਂ ਆਇਆ, ਗੱਜ ਕੇ ਆਖੋ ਸਤਨਾਮ। ਹੁਣ ਹੱਥ ਜੋੜੇ ਹੋਏ ਜਦੋਂ ਨਾ ਸਾਹ ਆਇਆ ਨਾ, ਭਾਈ ਬਾਲਾ ਜੀ ਕਹਿੰਦੇ ਮਹਾਰਾਜ ਜੀ ਨੇ ਸਾਹ ਲੈਣਾ ਬੰਦ ਕਰਤਾ। ਕਹਿੰਦੇ ਦੇਖ ਲਾ ਮਹਾਰਾਜ ਹੁਣ ਨਹੀਂ ਸਾਹ ਲੈ ਰਿਹਾ। ਕਹਿੰਦੇ ਫਿਰ ਇਹਦੇ ਨੇਤਰ ਬੰਦ ਕਰ ਦੇ, ਇਹਦੇ ਚਿਹਰੇ ਤੇ ਇਹਦਾ ਪਰਨਾ ਪਾ ਦਿਆ, ਜਿਹੜਾ ਹਜੂਰੀਆ ਗਲ ਚ ਪਾਇਆ ਪਾ ਦਿਓ। ਫਿਰ ਭਾਈ ਬਾਲਾ ਜੀ ਨੂੰ ਪੁੱਛਦੇ ਮਰਦਾਨਾ ਵਾਹਿਗੁਰੂ ਬਾਲਿਆ, ਹੁਣ ਫਿਰ ਕਹਿਣਗੇ ਇਹ ਕੀ ਕਹਿੰਦਾ ਮਰਦਾਨਾ ਕਰਦਾ ਕੀ ਹੈ ਹੁਣ, ਇਹ ਇਹਦਾ ਸੁਭਾਅ ਹੀ ਐਸਾ। ਤੇ ਭਾਈ ਮਰਦਾਨਾ ਜੀ ਵਾਹਿਗੁਰੂ ਭਾਈ ਬਾਲਾ ਜੀ ਕਹਿਣ ਲੱਗੇ ਮਹਾਰਾਜ ਜੀ ਇਹ ਆਪ ਜੀ ਦੇ ਹੁਕਮ ਦੇ ਅਨੁਸਾਰ ਇਹਦੇ ਤੇ ਵੀ ਕਿਰਿਆ ਵਾਪਰਦੀ ਹੈ, ਜਿਹੜੀ ਸਾਰਿਆਂ ਤੇ ਵਾਪਰਨੀ ਹੈ, ਜਿਹਦੇ ਵਾਸਤੇ ਕਿਸੇ ਵਿਦਵਾਨ ਪੁਰਖ ਨੇ ਲਿਖਿਆ ਕਿ ਇਹ ਸੰਸਾਰ ਹੈ ਨਾ ਜਿਹੜਾ, ਇਹਦੇ 'ਚ ਕਿਸੇ ਨੇ ਸਦਾ ਨਹੀਂ ਟਿਕੇ ਰਹਿਣਾ। ਸਮੇਂ ਨਾਲ ਜੀਵ ਆਉਂਦੇ ਨੇ, ਸਮੇਂ ਦੇ ਨਾਲ ਚਲੇ ਜਾਂਦੇ ਨੇ, ਜਿਵੇਂ ਜਿੰਨਾ ਕਿਸੇ ਨੂੰ ਸਮਾਂ ਮਿਲਦਾ ਉਹਨਾਂ ਉਹ ਭੋਗ ਕੇ ਚਲੇ ਜਾਂਦੇ ਨੇ। ਜਿਵੇਂ ਭਾਈ ਈਸਰ ਸਿੰਘ ਜੀ ਜਿਨ੍ਹਾਂ ਵੀ ਆਪਾਂ ਅੰਤਿਮ ਅਰਦਾਸ ਵਿੱਚ ਜੁੜੇ, ਉਹ ਸਤਿਕਾਰਯੋਗ ਮਾਤਾ ਜੋਗਿੰਦਰ ਕੌਰ ਦੀ ਕੁੱਖ ਤੋਂ ਉਹਨਾਂ ਨੇ ਇਸ ਨਗਰ ਦੇ ਵਿੱਚ ਜਨਮ ਲਿਆ, ਬਾਪੂ ਮੇਲਾ ਸਿੰਘ ਜੀ ਦੇ ਘਰ। ਔਰ ਜਿਨ੍ਹਾਂ ਨੂੰ ਬਚਪਨ ਦਾ ਸਮਾਂ ਮਾਤਾ ਪਿਤਾ ਦੇ ਕੋਲ ਹੰਡਾਇਆ, ਉਸ ਤੋਂ ਬਾਅਦ ਫਿਰ ਸਮਾਂ ਲੰਘਿਆ ਤੇ ਫਿਰ ਜਿਹੜਾ ਬਹੁਤਾ ਸਮਾਂ ਸੀ ਉਹ ਸਮਾਂ ਦਲ ਪੰਥ ਦੇ ਵਿੱਚ ਹੰਡਾਇਆ। ਤਕਰੀਬਨ ਪਤਾ ਲੱਗਿਆ ਪਰਿਵਾਰ ਦੇ ਕੋਲੋਂ ਕਿ ਉਹਨਾਂ ਨੇ ਚੜ੍ਹਦੀ ਅਵਸਥੇ ਕੁਝ ਜਵਾਨੀ ਪਰ ਕਰ ਲਈਏ ਕਿ ਗੁਰੂ ਚਰਨਾਂ ਦੇ ਨਾਲ ਜੁੜਨਾ ਕੀਤਾ, ਕਿਰਪਾ ਕਰੀ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਦੀ ਦਾਤ ਦੇ ਦਿੱਤੀ। ਫਿਰ ਉਹਨਾਂ ਨੇ ਘਰ ਪਰਿਵਾਰ ਵੀ ਛੱਡ ਦਿੱਤਾ ਤੇ ਫਿਰ ਕੁਝ ਸਮਾਂ ਦਲ ਪੰਥ ਦੇ ਵਿੱਚ, ਕੁਝ ਸਮਾਂ ਇਸੇ ਹੀ ਨਗਰ ਦੇ ਬਾਹਰਲੇ ਗੁਰੂ ਘਰ ਸੇਵਾ ਕਰਦੇ ਰਹੇ, ਕਿਉਂਕਿ ਸੇਵਾ ਜਿਹੜੀ ਹੈ ਪਿਆਰਿਓ ਉਹ ਭਾਵ ਤੋਂ ਬਗੈਰ ਨਹੀਂ ਹੋ ਸਕਦੀ। ਸੇਵਾ ਪ੍ਰਵਾਨ ਕਿਸੇ ਪੁਰਖਾਂ ਦੀ ਹੁੰਦੀ ਹੈ, ਕਰਦੇ ਆਪਾਂ ਸਾਰੇ ਹੀ ਹਾਂ, ਕਿਉਂਕਿ ਸੇਵਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਪਿਰਥੀ ਚੰਦ ਵੀ ਕਰਦਾ ਸੀ ਤੇ ਸੇਵਾ ਮਹਾਦੇਵ ਜੀ ਵੀ ਕਰਦੇ ਸੀ, ਸੇਵਾ ਗੁਰੂ ਅਰਜਨ ਦੇਵ ਵੀ ਕਰਦੇ ਰਹੇ। ਹੁਣ ਇਹ ਨਹੀਂ ਪਤਾ ਤਿੰਨਾਂ ਦੇ ਵਿੱਚੋਂ ਪ੍ਰਵਾਨ ਕਿਹਦੀ ਹੋਣੀ। ਸੇਵਾ ਬਾਬਾ ਬੁੱਢਾ ਜੀ ਵੀ ਕਰਦੇ ਸੀ, ਬਾਬਾ ਜੀਵਾ ਜੀ, ਬਾਬਾ ਪੈੜਾ ਜੀ, ਬਾਬਾ ਮੋਖਾ ਜੀ, ਹੋਰ ਭਾਈ ਭਗੀਰਥ, ਭਾਈ ਬਾਲਾ ਜੀ, ਇਹ ਬਾਬਾ ਰਹਿਣਾ ਜੀ, ਇਹ ਸਾਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾ ਕਰਤਾਰਪੁਰ ਦੇ ਸੇਵਾਦਾਰ ਸੀ। ਪਰ ਪ੍ਰਵਾਨ ਕਿਹਦੀ ਹੋਈ? ਕੇਵਲ ਇੱਕ ਸਿੱਖ ਦੀ ਸੇਵਾ ਪ੍ਰਵਾਨ ਹੋਈ, ਲੈਣੇ ਦੀ। ਉਹਨੂੰ ਆਖ ਦਿੱਤਾ ਵੀ ਤੂੰ ਲੈਣਾ ਤੇ ਮੈਂ ਦੇਣਾ, ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਕਿ ਹੁਕਮ ਮੰਨਿਆ ਹੋਵੇ ਪ੍ਰਵਾਨ। ਸੇਵਾ ਉਹ ਸਭ ਦੀ ਹੁੰਦੀ ਹੈ ਜਿਹੜੀ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਕਰੇ। ਸੇਵਾ ਉਹਨਾਂ ਨੇ ਕਰੀ ਗੁਰੂ ਘਰ, ਜਿੰਨਾ ਕੁ ਸਮਾਂ ਗੁਰੂ ਸਾਹਿਬ ਨੇ ਬਖਸ਼ਿਆ ਉਹ ਸੇਵਾ ਗੁਰੂ ਘਰ ਦੇ ਵਿੱਚ ਕਰਦੇ ਰਹੇ। ਦਰ ਪੰਥ ਦੇ ਵਿੱਚ ਵੀ ਮੈਨੂੰ ਬੁੱਢਾ ਦਲ ਦੇ ਕੁਝ ਬਜ਼ੁਰਗ ਨਿਹੰਗ ਸਿੰਘਾਂ ਤੋਂ ਪਤਾ ਲੱਗਿਆ, ਮੈਂ ਉਹਨਾਂ ਬਾਰੇ ਗੱਲ ਕਰੀ ਸੀ। ਉਹਨਾਂ ਨੇ ਇਸ ਨਗਰ ਦੇ ਇਸ ਮਹਾਂਪੁਰਖ ਦਾ ਨਾਮ ਲਿਆ ਸੀ ਕਿ ਹਾਂ ਅਸੀਂ ਉਹਨੂੰ ਜਾਣਦੇ ਹਾਂ, ਉਹ ਦਰ ਪੰਥ ਵਿੱਚ ਵੀ ਸੇਵਾ ਕਰਦਾ ਰਹੇਗਾ। ਇਸ ਤਰ੍ਹਾਂ ਤੇ ਜਿੰਨਾ ਕੁ ਸਮਾਂ ਮਿਲਦਾ ਪਿਆਰਿਓ ਉਹਨਾਂ ਕੁ ਸਮਾਂ ਕੋਈ ਸੇਵਾ ਕਰਦਾ, ਜਿੰਨਾ ਕੁ ਸਮਾਂ ਇਸ ਸੰਸਾਰ ਤੇ ਰਹਿਣ ਦਾ ਮਿਲਦਾ ਕਿਸੇ ਨੂੰ, ਉਹਨਾਂ ਕੁ ਸਮਾਂ ਉਹ ਸੰਸਾਰ ਤੇ ਰਹਿੰਦਾ। ਕਿਉਂਕਿ ਸੰਸਾਰ ਇੱਕ ਮੇਲਾ ਕੁਝ ਸਮੇਂ ਦਾ, ਇਹਦਾ ਪਤਾ ਨਹੀਂ ਅਸੀਂ ਇਸ ਮੇਲੇ ਦੇ ਵਿੱਚੋਂ
कदों विछड़ जाना। सो जथे कोलों बोलते हैं विख्यान करते हैं कई प्रकार दी भुल गलतियां हुई। आप गुरु रूप संगत गुरु ग्रंथ खालसा पंथ बख्शण जो आप शब्द धारना। इस तो बाद आप आनंद साहिब की हाजरी भरनी है। जथे कोलों बोलते हैं विचार करते हैं हुई अनंत भुलों की आप सारिया ने कृपा करके क्षमा करनिया। सो कदे भी किसी को जथे वालों कीर्तन या निरोल गुरबाणी इतिहास की कथा की जरूरत हो दास दे इस परिवार के नाल संपर्क करके संपर्क कर सकता है। जथे वालों कोई भी कीर्तन भेटा या कोई मंगवी बजवी कोई माया नहीं है। बिल्कुल निष्काम सेवा फ्री सेवा। कदे भी किसी का कोई समा बने गुरु घर वालों या नगर वालों दास आप दे इस नगर का सदा ऋणी है, क्योंकि रिश्ता ही ऐसा कि मैं सदा ही इस नगर का ऋणी रहांगा। सो आओ आ शब्द पढ़ के समाप्ति। हैरान दो घड़ियां जान बिछड़ परागो मेरा। 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 बारी फिर दुर्जाना ए बिहारी से कोई सोनी। 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 सरजाना पे क्या दे आई जिंदगी रंगराउनी। 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 सकल राम नाम दिया बटिया। 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 बन जाए तो दुनिया पैया रहनिया। बन जाए तो दुनिया पैया रहनिया। बन जाए तो दुनिया पैया रहनिया। बन जाए तो दुनिया पैया आओ आनंद साहिब के पाठ करिए। राम कली महला तीजा। आनंद ओंकार सतगुर प्रसाद। आनंद पाया मेरी काया। सतगुरु मैं पाया। सतगुरु पाया Hare
जी का खालसा